ਪਿਆਰੇ ਵਿਦਿਆਰਥੀਓ, ਸਾਡਾ ਅੱਜ ਦਾ ਵਿਸ਼ਾ ਹੈ ਦੂਜੇ ਦੌਰ ਦੇ ਨਾਵਲਕਾਰ। ਪੰਜਾਬੀ ਨਾਵਲ ਦਾ ਦੂਜਾ ਦੌਰ 1930 ਈਸਵੀ ਦੇ ਆਸ-ਪਾਸ ਤੋਂ ਸ਼ੁਰੂ ਹੁੰਦਾ ਹੈ। ਇਸ ਸਮੇਂ ਤੱਕ ਧਾਰਮਿਕ ਸੁਧਾਰਵਾਦ ਦੀ ਪ੍ਰਵਿਰਤੀ ਮੱਧਮ ਪੈ ਜਾਂਦੀ ਹੈ। ਰਾਜਨੀਤਿਕ ਸੰਘਰਸ਼ਾਂ ਦੇ ਨਾਲ ਲੋਕਾਂ ਵਿੱਚ ਚੇਤਨਾ ਆ ਰਹੀ ਸੀ। ਹੁਣ ਲੋਕ ਭੌਤਿਕ ਜੀਵਨ ਨੂੰ ਧਰਮ ਦੀ ਰੰਗੀਨ ਐਨਕ ਨਾਲ ਦੇਖਣ ਦੀ ਬਜਾਏ ਨੰਗੀ ਅੱਖ ਨਾਲ ਵੇਖਣ ਦਾ ਸਾਹਸ ਕਰ ਰਹੇ ਸਨ। ਪੰਜਾਬੀ ਨਾਵਲ ਦੇ ਇਸ ਦੌਰ ਦਾ ਆਰੰਭ ਸਰਦਾਰ ਨਾਨਕ ਸਿੰਘ ਦੇ ਨਾਵਲਾਂ ਦੁਆਰਾ ਸ਼ੁਰੂ ਹੁੰਦਾ ਹੈ। ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ, ਸੁਰਿੰਦਰ ਸਿੰਘ ਨਰੂਲਾ, ਜਸਵੰਤ ਸਿੰਘ ਕੰਵਲ, ਸੰਤ ਸਿੰਘ ਸੇਖੋਂ, ਸੋਹਣ ਸਿੰਘ ਸ਼ੀਤਲ ਅਤੇ ਨਰਿੰਦਰਪਾਲ ਸਿੰਘ ਇਸ ਕਾਲ ਦੇ ਪ੍ਰਮੁੱਖ ਨਾਵਲਕਾਰ ਹਨ। ਇਹਨਾਂ ਵਿੱਚ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨਾਨਕ ਸਿੰਘ ਹੁਣਾਂ ਦੀ। 1897 ਤੋਂ ਲੈ ਕੇ 1971 ਈਸਵੀ ਤੱਕ ਦਾ ਟਾਈਮ ਪੀਰੀਅਡ ਸੀ ਇਹਨਾਂ ਦਾ। ਨਾਨਕ ਸਿੰਘ ਨੇ ਮਤਰੇਈ ਮਾਂ, ਕਾਲ ਚੱਕਰ ਅਤੇ ਮਿੱਠਾ ਮੋਹਰਾ ਵਰਗੇ ਲਘੂ ਨਾਵਲ ਲਿਖ ਕੇ ਆਪਣੇ ਰਚਨਾਤਮਕ ਜੀਵਨ ਦਾ ਆਰੰਭ ਕੀਤਾ। ਨਾਵਲ ਲਿਖਣ ਤੋਂ ਪਹਿਲਾਂ ਉਸਨੇ ਕੁਝ ਸਮਾਂ ਕਵੀਸ਼ਰੀ ਵੀ ਕੀਤੀ। ਉਹਨਾਂ ਨੇ ਪੰਜਾਬੀ ਵਿੱਚ 38 ਮੌਲਿਕ ਅਤੇ 8 ਅਨੁਵਾਦਕ ਨਾਵਲਾਂ ਦੀ ਰਚਨਾ ਕੀਤੀ। ਇੱਕ ਮਿਆਨ ਦੋ ਤਲਵਾਰਾਂ ਨਾਵਲ 'ਤੇ ਉਹਨਾਂ ਨੂੰ ਭਾਰਤੀ ਸਾਹਿਤ ਅਕੈਡਮੀ ਦਾ ਪੁਰਸਕਾਰ ਪ੍ਰਾਪਤ ਹੋਇਆ। ਉਸ ਦੇ ਨਾਵਲਾਂ ਨੇ ਲੋਕਾਂ ਨੂੰ ਕਿਤਾਬ ਨਾਲ ਦੋਸਤੀ ਕਰਨੀ ਸਿਖਾਈ। ਉਸ ਦੇ ਨਾਵਲਾਂ ਨੇ ਲੋਕਾਂ ਨੂੰ ਇਹ ਅਹਿਸਾਸ ਕਰਵਾਇਆ ਕਿ ਇਹ ਸਮਾਜ ਰੋਗੀ ਹੈ ਅਤੇ ਇਸ ਦਾ ਇਲਾਜ ਕਰਨ ਦੀ ਫੌਰੀ ਜ਼ਰੂਰਤ ਹੈ। ਉਹ ਦੇਸ਼ ਦੀ ਸਮੁੱਚੀ ਸਥਿਤੀ ਵਿੱਚੋਂ ਇੱਕ ਅੱਧ ਅੰਸ਼ ਨੂੰ ਚੁਣ ਕੇ ਆਪਣੇ ਨਾਵਲ ਵਿੱਚ ਉਸ ਦਾ ਘਟਨਾ ਪ੍ਰਬੰਧ ਉਸਾਰਦਾ ਹੈ। ਜਿਵੇਂ ਚਿੱਟਾ ਲਹੂ ਨਾਵਲ ਵਿਧਵਾ ਦੀ ਦੁਰਗਤ ਨਾਲ ਸੰਬੰਧਿਤ ਹੈ। ਇਸ ਦੇ ਪ੍ਰਤੀਕਰਮ ਵਜੋਂ ਉਹ ਵੇਸਵਾ ਬਣ ਜਾਂਦੀ ਹੈ। ਅੱਧ ਖਿੜਿਆ ਫੁੱਲ ਵੀ ਇਹੋ ਜਿਹਾ ਹੀ ਵਿਸ਼ਾ ਪੇਸ਼ ਕਰਦਾ ਹੈ। ਪਵਿੱਤਰ ਪਾਪੀ, ਜੀਵਨ ਸੰਗਰਾਮ, ਆਦਮਖੋਰ, ਚਿੱਤਰਕਾਰ, ਟੁੱਟੀ ਵੀਣਾ, ਗੰਗਾ ਜਲੀ ਵਿੱਚ ਸ਼ਰਾਬ, ਪਿਆਰ ਦੀ ਦੁਨੀਆ, ਕਟੀ ਹੋਈ ਪਤੰਗ, ਗਰੀਬ ਦੀ ਦੁਨੀਆ, ਗਗਨ ਦਮਾਮਾ ਵਾਜਿਓ ਆਦਿ ਉਹਨਾਂ ਦੇ ਪ੍ਰਮੁੱਖ ਨਾਵਲ ਹਨ। ਨਾਨਕ ਸਿੰਘ ਪੰਜਾਬ ਦੇ ਸ਼ਹਿਰਾਂ ਦੀ ਨਿਮਨ ਮੱਧ ਸ਼੍ਰੇਣੀ ਦੇ ਜੀਵਨ ਨੂੰ ਆਪਣੇ ਨਾਵਲਾਂ ਦੀ ਵਿਸ਼ਾ ਵਸਤੂ ਵਜੋਂ ਲੈਂਦਾ ਹੈ। ਨਸ਼ਿਆਂ ਤੋਂ ਪਰਹੇਜ਼, ਜੂਏ ਤੋਂ ਬਚਣਾ, ਧਰਮ ਦੇ ਪਰਦੇ ਹੇਠ ਪਖੰਡ ਨਾ ਕਰਨਾ, ਵਿਧਵਾ ਦਾ ਪੁਨਰ ਵਿਆਹ, ਲੋਭ ਲਾਲਚ ਤੋਂ ਬਚਣਾ ਆਦਿ ਉਹਨਾਂ ਦੇ ਖਾਸ ਵਿਸ਼ੇ ਹਨ। ਦੂਸਰੇ ਨੰਬਰ 'ਤੇ ਆਪਾਂ ਲੈਂਦੇ ਹਾਂ ਗੁਰਬਖਸ਼ ਸਿੰਘ ਪ੍ਰੀਤ ਹੋਰਾਂ ਨੂੰ, ਜਿਨ੍ਹਾਂ ਦਾ ਟਾਈਮ ਪੀਰੀਅਡ ਸੀ 1895 ਤੋਂ ਲੈ ਕੇ 1977 ਈਸਵੀ ਤੱਕ। ਮੂਲ ਰੂਪ ਵਿੱਚ ਭਾਵੇਂ ਉਹ ਵਾਰਤਕਕਾਰ ਸਨ, ਪਰ ਗਲਪ ਦੇ ਖੇਤਰ ਵਿੱਚ ਵੀ ਉਹਨਾਂ ਨੇ ਆਪਣਾ ਅਹਿਮ ਯੋਗਦਾਨ ਨਿਭਾਇਆ। ਅਣਵਿਆਹੀ ਮਾਂ ਅਤੇ ਰੁੱਖਾਂ ਦੀ ਜਰਾਂਦ ਉਸ ਦੇ ਦੋ ਉੱਘੇ ਨਾਵਲ ਹਨ। ਗੁਰਬਖਸ਼ ਸਿੰਘ ਆਪਣੀਆਂ ਰਚਨਾਵਾਂ ਦੇ ਮਾਧਿਅਮ ਦੁਆਰਾ ਭਾਰਤੀ ਸਮਾਜ ਨੂੰ ਵਹਿਮਾਂ ਭਰਮਾਂ ਤੇ ਅੰਧ ਵਿਸ਼ਵਾਸਾਂ ਤੋਂ ਮੁਕਤ ਕਰਨਾ ਲੋਚਦਾ ਸੀ। ਅਣਵਿਆਹੀ ਮਾਂ ਨਾਵਲ ਦੀ ਕਹਾਣੀ ਪ੍ਰਭਾ ਦੇ ਜੀਵਨ ਬਿਰਤਾਂਤ ਦੀ ਪੇਸ਼ਕਾਰੀ ਕਰਦੀ ਹੈ। ਅਣਵਿਆਹੀ ਹੋਣ ਕਰਕੇ ਉਸ ਨੂੰ ਬਹੁਤ ਸਾਰੀਆਂ ਸਮਾਜਿਕ ਧਾਰਮਿਕ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੇਖਕ ਇਸ ਪ੍ਰਭਾ ਦੀ ਇਸ ਜੱਦੋ-ਜਹਿਦ ਵਿੱਚ ਉਸ ਦਾ ਸਾਥ ਦਿੰਦਾ ਹੈ, ਕਿਉਂਕਿ ਉਸ ਦੀ ਲੇਖਣੀ ਦਾ ਉਦੇਸ਼ ਸਮਾਜ ਅਤੇ ਸੱਭਿਆਚਾਰ ਦੀਆਂ ਗਲਤ ਕਦਰਾਂ ਕੀਮਤਾਂ ਦੇ ਖਿਲਾਫ ਆਵਾਜ਼ ਉਠਾਉਣਾ ਹੈ। ਇਸੇ ਤਰ੍ਹਾਂ ਹੀ ਉਹ ਰੁੱਖਾਂ ਦੀ ਜਰਾਂਦ ਨਾਵਲ ਵਿੱਚ ਵੇਸਵਾਗਮਨੀ ਦੀ ਸਮੱਸਿਆ ਨੂੰ ਪੇਸ਼ ਕਰਦਾ ਹੈ, ਜਿੱਥੇ ਉਹ ਸਾਡੇ ਇਸ ਸਮਾਜ ਦੇ ਵਰਤਾਰੇ ਕਰਕੇ ਪਾਰੋ, ਜੋ ਕਿ ਨਿੱਕੀ ਬਾਲੜੀ ਹੈ, ਵੇਸਵਾ ਬਣ ਜਾਂਦੀ ਹੈ। ਦੂਜੇ ਪਾਸੇ ਉਸ ਦੇ ਪਾਤਰ ਹਨ ਜਿਹੜੇ ਉਸ ਨੂੰ ਇਸ ਘਟੀਆ ਸਮਾਜ ਦੀ ਇਸ ਪ੍ਰੋਬਲਮ ਤੋਂ ਦੂਰ ਕਰਨਾ ਲੋਚਦੇ ਹਨ। ਸੋ ਉਹਨਾਂ ਨੇ ਸਮਾਜ ਸੁਧਾਰ ਦੀ ਗੱਲ ਕੀਤੀ। ਤੀਸਰੇ ਨੰਬਰ 'ਤੇ ਪ੍ਰੋਫੈਸਰ ਸੁਰਿੰਦਰ ਸਿੰਘ ਨਰੂਲਾ, ਜਿਨ੍ਹਾਂ ਦਾ ਟਾਈਮ ਪੀਰੀਅਡ ਆ 1917 ਤੋਂ ਲੈ ਕੇ 2009 ਈਸਵੀ ਤੱਕ ਦਾ। ਪੰਜਾਬੀ ਨਾਵਲ ਵਿੱਚ ਯਥਾਰਥਵਾਦੀ ਪ੍ਰਵਿਰਤੀ ਦਾ ਜਨਮ ਪ੍ਰੋਫੈਸਰ ਸੁਰਿੰਦਰ ਸਿੰਘ ਨਰੂਲਾ ਦੇ ਨਾਵਲ ਪਿਓ ਪੁੱਤਰ ਨਾਲ ਹੋਇਆ। ਇਸ ਨਾਵਲ ਨਾਲ ਮੁੱਢਲੀ 20ਵੀਂ ਸਦੀ ਦੇ ਅੰਮ੍ਰਿਤਸਰ ਸ਼ਹਿਰ ਦਾ ਵਰਣਨ ਹੋਇਆ। ਨਰੂਲਾ ਬੜੀ ਸਰਲ, ਠੇਠ ਅਤੇ ਟਕਸਾਲੀ ਭਾਸ਼ਾ ਵਿੱਚ ਇਸ ਨਾਵਲ ਦੇ ਬਿਰਤਾਂਤ ਨੂੰ ਪੇਸ਼ ਕਰਦਾ ਹੈ। ਅਗਲੇ ਨਾਵਲ ਰੰਗ ਮਹਿਲ ਵਿੱਚ ਵੀ ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਨੂੰ ਇੱਕ ਪ੍ਰਮੁੱਖ ਪਾਤਰ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਜਗ ਬੀਤੀ ਅਤੇ ਸਿੱਲ ਅਲਾਉਣੀ ਵਿੱਚ ਉਸ ਨੇ ਆਪਣੇ ਮੁੱਢਲੇ ਜੀਵਨ ਦੀਆਂ ਯਾਦਾਂ ਨੂੰ ਕਲਾਤਮਕ ਵਿਧੀ ਦੁਆਰਾ ਦਰਸਾਇਆ ਹੈ। ਇਹਨਾਂ ਨਾਵਲਾਂ ਦੇ ਪਾਤਰ ਨਿਮਨ ਅਤੇ ਮੱਧ ਸ਼੍ਰੇਣੀ ਦੇ ਸਧਾਰਨ ਲੋਕ ਹਨ। ਇਸੇ ਤਰ੍ਹਾਂ ਹੀ
ਉਹਨਾਂ ਨੇ 1947 ਦੇ ਫਸਾਦਾਂ ਦੀ ਵੀ ਪੇਸ਼ਕਾਰੀ ਕੀਤੀ ਹੈ। ਪ੍ਰੋਫੈਸਰ ਨਰੂਲਾ ਮਾਰਕਸਵਾਦੀ ਚਿੰਤਨ ਨੂੰ ਅਪਣਾਇਆ ਉਹਨਾਂ ਨੇ ਤੇ ਇੱਕ ਪ੍ਰਤੀਬੱਧ ਲੇਖਕ ਨੇ। ਨੈਕਸਟ ਸਾਡੇ ਕੋਲ ਆਉਂਦੇ ਨੇ ਇਸੇ ਟਾਈਮ ਪੀਰੀਅਡ ਦੇ ਵਿੱਚ ਸੰਤ ਸਿੰਘ ਸੇਖੋਂ। ਪ੍ਰੋਫੈਸਰ ਸੰਤ ਸਿੰਘ ਸੇਖੋਂ ਮਾਰਕਸਵਾਦੀ ਚੇਤਨਾ ਦਾ ਲੇਖਕ ਮੰਨਿਆ ਜਾਂਦਾ ਹੈ। 1936 ਈਸਵੀ ਵਿੱਚ ਲਖਨਊ ਵਿਖੇ ਭਾਰਤੀ ਪ੍ਰਗਤੀਵਾਦੀ ਲੇਖਕਾਂ ਦੀ ਇੱਕ ਵਿਸ਼ਾਲ ਕਾਨਫਰੰਸ ਦਾ ਆਯੋਜਨ ਹੋਇਆ। ਇਸ ਕਾਨਫਰੰਸ ਦੇ ਬੜੇ ਵਿਸ਼ਾਲ ਅਤੇ ਵਿਆਪਕ ਪ੍ਰਭਾਵ ਨਿਕਲੇ। ਭਾਵੇਂ ਪ੍ਰੋਫੈਸਰ ਸੇਖੋਂ ਖੁਦ ਇਸ ਸਮਾਗਮ ਵਿੱਚ ਸ਼ਾਮਲ ਨਾ ਹੋ ਸਕੇ, ਪਰੰਤੂ ਲਾਹੌਰ ਅਤੇ ਅੰਮ੍ਰਿਤਸਰ ਦੇ ਬਹੁਤ ਸਾਰੇ ਪੰਜਾਬੀ ਲੇਖਕ ਇਹਨਾਂ ਵਿੱਚ ਸ਼ਾਮਲ ਹੋਏ ਸਨ। ਪ੍ਰੋਫੈਸਰ ਸੇਖੋਂ ਨਾਲ ਇਹਨਾਂ ਲੇਖਕਾਂ ਦਾ ਕਾਫੀ ਵਧੀਆ ਰਾਬਤਾ ਸੀ। ਜਦੋਂ ਪੰਜਾਬੀ ਸਾਹਿਤ ਨੂੰ ਪ੍ਰਗਤੀਵਾਦੀ ਧਾਰਾ ਨਾਲ ਜੋੜਨ ਦਾ ਸਵਾਲ ਸਾਹਮਣੇ ਆਇਆ ਤਾਂ ਸੰਤ ਸਿੰਘ ਸੇਖੋਂ ਨੇ ਇੱਕ ਮੋਹਰੀ ਚਿੰਤਕ ਅਤੇ ਲੇਖਕ ਦੀ ਭੂਮਿਕਾ ਨਿਭਾਈ। ਉਹਨਾਂ ਨੇ ਪੰਜਾਬੀ ਵਿੱਚ ਲਹੂ ਮਿੱਟੀ ਅਤੇ ਬਾਬਾ ਆਸਮਾਨ ਨਾਵਲਾਂ ਦੀ ਰਚਨਾ ਕੀਤੀ। ਪਹਿਲੇ ਨਾਵਲ ਵਿੱਚ ਉਹਨਾਂ ਨੇ ਦਰਸਾਇਆ ਕਿ ਨਿਮਨ ਕਿਰਸਾਨੀ ਅਣਥੱਕ ਮਿਹਨਤ ਕਰਮ ਕਰਨ ਦੇ ਬਾਵਜੂਦ ਵੀ ਆਰਥਿਕ ਤੌਰ 'ਤੇ ਸੁਰਖਰੂ ਅਤੇ ਆਤਮ ਨਿਰਭਰ ਨਹੀਂ ਹੋ ਸਕਦੇ। ਇਸੇ ਤਰ੍ਹਾਂ ਹੀ ਸਭ ਤੋਂ ਵੱਧ ਨਾਵਲ ਲਿਖਣ ਵਾਲੇ ਨੈਕਸਟ ਆਉਂਦੇ ਨੇ ਜਸਵੰਤ ਸਿੰਘ ਕੰਵਲ। ਸਰਦਾਰ ਨਾਨਕ ਸਿੰਘ ਤੋਂ ਬਾਅਦ ਜਸਵੰਤ ਸਿੰਘ ਕੰਵਲ ਪੰਜਾਬੀ ਦਾ ਦੂਜਾ ਸਭ ਤੋਂ ਵੱਧ ਪ੍ਰਸਿੱਧ ਅਤੇ ਲੋਕਪ੍ਰਿਯ ਨਾਵਲਕਾਰ ਹੈ। ਉਹ ਪੰਜਾਬ ਦੇ ਮਾਲਵਾ ਖੇਤਰ ਨੂੰ ਆਪਣੇ ਨਾਵਲਾਂ ਵਿੱਚ ਮੂਰਤੀਮਾਨ ਕਰਦਾ ਹੈ। ਇਸ ਤੋਂ ਪਹਿਲਾਂ ਪੰਜਾਬੀ ਨਾਵਲ ਮਾਝੇ ਦੇ ਇਰਦ ਗਿਰਦ ਘੁੰਮਦਾ ਰਿਹਾ ਸੀ। ਕੰਵਲ ਦਾ ਪਹਿਲਾ ਨਾਵਲ ਸੱਚ ਨੂੰ ਫਾਂਸੀ 1944 ਈਸਵੀ ਵਿੱਚ ਪੇਸ਼ ਹੋਇਆ। ਇਸ ਨਾਵਲ ਵਿੱਚ ਮਾਲਵੇ ਦੇ ਪਿੰਡਾਂ ਦੇ ਕਿਸਾਨਾਂ ਦੇ ਲੜਾਈ ਫਸਾਦਾਂ ਅਤੇ ਮੁਕੱਦਮੇਬਾਜ਼ੀ ਦਾ ਵਰਣਨ ਹੋਇਆ ਕਿ ਕਿਵੇਂ ਹੁਸ਼ਿਆਰ ਲੋਕ ਆਪਣੇ ਕੋਝੇ ਮਨੋਰਥ ਵਿੱਚ ਸਫਲ ਹੋਣ ਵਾਸਤੇ ਧਨ ਅਤੇ ਸਿਫਾਰਸ਼ ਦਾ ਪ੍ਰਯੋਗ ਕਰਦੇ ਹਨ, ਜਦੋਂ ਕਿ ਸਿੱਧੇ ਸਾਦੇ ਆਦਰਸ਼ਵਾਦੀ ਲੋਕ ਇਹੋ ਜਿਹੀ ਪੈਂਤੜੇਬਾਜ਼ੀ ਤੋਂ ਅਣਜਾਣ ਹੋਣ ਕਰਕੇ ਹਾਰ ਜਾਂਦੇ ਹਨ। ਪਾਲੀ ਇੱਕ ਆਦਰਸ਼ਕ ਪ੍ਰੀਤ ਦੀ ਇੱਕ ਸਰੋਦੀ ਨਾਵਲ ਹੈ। ਪੂਰਨਮਾਸ਼ੀ ਵਿੱਚ ਉਸਨੇ ਇੱਕ ਪ੍ਰੇਮ ਕਥਾ ਦਾ ਵਰਣਨ ਕੀਤਾ ਹੈ। ਕੰਵਲ ਨੇ ਮਾਰਕਸਵਾਦੀ ਵਿਚਾਰਧਾਰਾ ਦੇ ਪ੍ਰਭਾਵ ਅਧੀਨ ਵੀ ਕੁਝ ਨਾਵਲ ਲਿਖੇ, ਜਿਨ੍ਹਾਂ ਵਿੱਚੋਂ ਰਾਤ ਬਾਕੀ ਹੈ ਅਤੇ ਲਹੂ ਦੀ ਲੋਅ ਵਿਸ਼ੇਸ਼ ਹਨ। 1980 ਈਸਵੀ ਤੋਂ ਬਾਅਦ ਜਦੋਂ ਪੰਜਾਬ ਵਿੱਚ ਖਾੜਕੂ ਲਹਿਰ ਚੱਲੀ ਤਾਂ ਕੰਵਲ ਦਾ ਝੁਕਾਅ ਇਸ ਲਹਿਰ ਵੱਲ ਹੋ ਗਿਆ। ਹਰ ਸਧਾਰਨ ਪੰਜਾਬੀ ਵਾਂਗ ਕੰਵਲ ਦਾ ਵੀ ਇਹੋ ਵਿਚਾਰ ਰਿਹਾ ਹੈ ਕਿ ਪੰਜਾਬ ਨਾਲ ਸਦਾ ਧੱਕਾ ਹੁੰਦਾ ਆ ਰਿਹਾ ਹੈ ਅਤੇ ਸਦੀਆਂ ਤੋਂ ਪੰਜਾਬ ਦੀ ਲੁੱਟ ਖੋਹ ਜਾਰੀ ਹੈ। ਉਸ ਨੂੰ ਕੇਂਦਰ ਦੀ ਕਾਂਗਰਸ ਸਰਕਾਰ ਉੱਪਰ ਵੀ ਇਹੀ ਗਿਲਾ ਹੈ ਕਿ ਇਸ ਨੇ ਪੰਜਾਬ ਅਤੇ ਪੰਜਾਬੀਆਂ ਨਾਲ ਧੱਕਾ ਕਰਨ ਤੋਂ ਕਦੀ ਵੀ ਗੁਰੇਜ਼ ਨਹੀਂ ਕੀਤਾ। ਉਸ ਨੇ ਪੰਜਾਬੀ ਨਾਵਲ ਨੂੰ ਯਥਾਰਥਵਾਦੀ ਰੂਪ ਵਿੱਚ ਵੀ ਪੇਸ਼ ਕੀਤਾ। ਉਸ ਦੇ ਨਾਵਲਾਂ ਵਿੱਚ ਮਾਲਵੇ ਦੇ ਪੇਂਡੂ ਲੋਕਾਂ ਦੇ ਜੀਵਨ ਅਤੇ ਸੱਭਿਆਚਾਰ ਨੂੰ ਬੜੇ ਸੋਹਣੇ ਢੰਗ ਨਾਲ ਪੇਸ਼ ਕੀਤਾ ਹੋਇਆ ਹੈ। ਨੈਕਸਟ ਆਉਂਦਾ ਹੈ ਜੀ ਕਰਨਲ ਨਰਿੰਦਰਪਾਲ ਸਿੰਘ। ਕਰਨਲ ਸਾਹਿਬ ਨੇ ਪੰਜਾਬੀ ਨਾਵਲ ਵਿੱਚ ਆਪਣੇ ਸੈਨਿਕ ਜੀਵਨ ਦੇ ਅਨੁਭਵ ਨੂੰ ਪੇਸ਼ ਕੀਤਾ ਹੈ। ਆਪਣੇ ਸੈਨਿਕ ਜੀਵਨ ਵਿੱਚ ਉਹ ਜਿੱਥੇ ਵੀ ਗਏ ਉੱਥੋਂ ਦੇ ਇਤਿਹਾਸ ਨੇ ਉਹਨਾਂ ਦੀ ਚੇਤਨਾ ਨੂੰ ਟੁੰਬਿਆ ਤੇ ਉਸਨੇ ਇਸ ਇਤਿਹਾਸ ਨੂੰ ਨਾਵਲੀ ਰੂਪ ਵਿੱਚ ਚਿਤਰਿਆ। ਸੈਨਾਪਤੀ ਤ੍ਰਿਆ ਜਾਲ ਖੰਨਿਓ ਤਿੱਖੀ ਵਾਲੋ ਨਿੱਕੀ ਇਤ ਮਾਰਗ ਜਾਣਾ ਪੁੰਨਿਆ ਕੇ ਮੱਸਿਆ ਟਾਪੂ ਬਾ ਮੁਲਾਜ਼ਾ ਹੁਸ਼ਿਆਰ ਆਦਿ ਇਹਨਾਂ ਦੇ ਪ੍ਰਮੁੱਖ ਨਾਵਲ ਹਨ। ਪੁੰਨਿਆ ਕੇ ਮੱਸਿਆ ਟਾਪੂ ਆਦਿ ਨਾਵਲਾਂ ਵਿੱਚ ਲੇਖਕ ਨੇ ਆਧੁਨਿਕ ਭਾਰਤੀ ਮਨੁੱਖ ਦੇ ਦਾਰਸ਼ਨਿਕ ਮਸਲਿਆਂ ਨੂੰ ਪੇਸ਼ ਕੀਤਾ ਹੈ। ਉਹ ਦਰਸਾਉਂਦਾ ਹੈ ਕਿ ਅਜੋਕਾ ਮਨੁੱਖ ਆਪਣੇ ਸਾਂਝੇ ਵਿਸ਼ਵਾਸਾਂ ਤੋਂ ਟੁੱਟ ਚੁੱਕਾ ਹੈ। ਇਸ ਕਾਰਨ ਉਸ ਦਾ ਜੀਵਨ ਬੁਰੀ ਤਰ੍ਹਾਂ ਲੜਖੜਾ ਰਿਹਾ ਹੈ। ਹੁਣ ਉਹ ਇਕੱਲਾ ਰਹਿ ਗਿਆ ਹੈ। ਉਸ ਦੀ ਸਥਿਤੀ ਕਿਸੇ ਨਿਰੰਜਨ ਟਾਪੂ ਵਰਗੀ ਹੋ ਗਈ ਹੈ। ਆਪਣੇ ਅਧਿਆਤਮਕ ਕੇਂਦਰ ਤੋਂ ਟੁੱਟ ਕੇ ਉਹ ਇੱਧਰ ਉੱਧਰ ਭਟਕ ਰਿਹਾ ਹੈ। ਇਸੇ ਤਰ੍ਹਾਂ ਹੀ ਉਹਨਾਂ ਨੇ ਬਾ ਮੁਲਾਜ਼ਾ ਹੁਸ਼ਿਆਰ ਵਿੱਚ ਵੀ ਆਧੁਨਿਕ ਪੂੰਜੀਵਾਦੀ ਸਮਾਜ ਦੀ ਰਿਸ਼ਤਿਆਂ ਦੀ ਟੁੱਟ ਭੱਜ ਨੂੰ ਮੂਰਤੀਮਾਨ ਕੀਤਾ ਹੈ। ਉਹਨਾਂ ਦਾ ਵਿਚਾਰ ਹੈ ਕਿ ਆਪਣੇ ਜੀਵਨ ਲਕਸ਼ ਤੋਂ ਟੁੱਟ ਕੇ ਅੱਜ ਦਾ ਮਨੁੱਖ ਜਾਂ ਤਾਂ ਕਾਮ ਤੇ ਜਾਂ ਫਿਰ ਡਰੱਗਸ ਦੀ ਪਨਾਹ ਨੂੰ ਲੱਭ ਲੈਂਦਾ ਹੈ। ਨੈਕਸਟ ਸਭ ਤੋਂ ਜਿਹੜੇ ਮਸ਼ਹੂਰ ਆਉਂਦੇ ਨੇ ਇਸੇ ਟਾਈਮ ਪੀਰੀਅਡ ਦੇ ਨਾਵਲਕਾਰ ਸੋਹਣ ਸਿੰਘ ਸ਼ੀਤਲ। ਸੋਹਣ ਸਿੰਘ ਸ਼ੀਤਲ ਸ਼ੁਰੂਆਤ ਉਹਨਾਂ ਨੇ ਢਾਡੀਕਾਰ ਦੇ ਰੂਪ ਵਿੱਚ ਕੀਤੀ।
ਉਹਨਾਂ ਨੇ ਆਪਣੇ ਜੀਵਨ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਿਤ ਬਹੁਤ ਸਾਰੀਆਂ ਵਾਰਾਂ ਰਚੀਆਂ ਅਤੇ ਗਾਈਆਂ। ਨਾਲ ਸਮਾਜਿਕ ਨਾਵਲਾਂ ਦੀ ਰਚਨਾ ਵੀ ਕੀਤੀ। ਉਹਨਾਂ ਨੇ ਪੇਂਡੂ ਸਮਾਜ ਅਤੇ ਵਿਸ਼ੇਸ਼ ਕਰਕੇ ਛੋਟੀ ਕਿਸਾਨੀ ਦੀਆਂ ਸਮੱਸਿਆਵਾਂ ਦਾ ਨੂੰ ਰੂਪਮਾਨ ਕੀਤਾ ਆਪਣੇ ਨਾਵਲਾਂ ਵਿੱਚ। ਉਹਨਾਂ ਦੇ ਮੁੱਢਲੇ ਨਾਵਲਾਂ ਵਿੱਚ ਦੀਵੇ ਦੀ ਲੋ, ਮੁੱਲ ਦਾ ਮਾਸ, ਬਦਲਾ ਆਦਿ ਲਿਖੇ ਨੇ। ਇਸੇ ਪ੍ਰਸੰਗ ਵਿੱਚ ਸਿੱਖ ਰਾਜ ਕਿਵੇਂ ਗਿਆ, ਸਿੱਖ ਮਿਸਲਾਂ, ਮਹਾਰਾਣੀ ਜਿੰਦਾ, ਮਹਾਰਾਜਾ ਦਲੀਪ ਕੌਰ ਆਦਿ ਨਾਵਲਾਂ ਦਾ ਜ਼ਿਕਰ ਆਉਂਦਾ ਹੈ। ਉਹਨਾਂ ਦਾ ਸਭ ਤੋਂ ਲੰਮਾ ਅਤੇ ਮਸ਼ਹੂਰ ਜਿਹੜਾ ਨਾਵਲ ਹੋਇਆ ਤੂਤਾਂ ਵਾਲਾ ਖੂਹ, ਉਦੋਂ ਬਾਅਦ ਉਹਨਾਂ ਨੇ ਲਿਖਿਆ ਯੁੱਗ ਬਦਲ ਗਿਆ। ਦੋਵੇਂ ਹੀ ਵੱਖਰੀ ਪਹਿਚਾਣ ਕਰ ਚੁੱਕੇ ਨੇ ਆਪਣੇ ਸਮਾਜ ਦੇ ਵਿੱਚ। ਨੈਕਸਟ ਆਉਂਦੇ ਨੇ ਸਰਦਾਰ ਕਰਤਾਰ ਸਿੰਘ ਦੁੱਗਲ। ਕਰਤਾਰ ਸਿੰਘ ਦੁੱਗਲ ਮਨੋਵਿਗਿਆਨਿਕ ਵਿਸ਼ਿਆਂ ਉੱਪਰ ਲਿਖਣ ਵਾਲਾ ਨਾਵਲਕਾਰ ਹੈ। ਫਰਾਇਡ ਵਾਂਗ ਉਹ ਕਾਮ ਸੰਬੰਧਾਂ ਨੂੰ ਮਨੁੱਖੀ ਸ਼ਖਸੀਅਤ ਦਾ ਇੱਕ ਜ਼ਰੂਰੀ ਪਸਾਰ ਮੰਨਦਾ ਹੈ। ਉਸ ਦਾ ਵਿਚਾਰ ਹੈ ਕਿ ਕਾਮ ਸੰਬੰਧਾਂ ਦੀ ਪੇਸ਼ਕਾਰੀ ਦੁਆਰਾ ਕਿਸੇ ਵਿਅਕਤੀ ਦੀ ਸ਼ਖਸੀਅਤ ਨੂੰ ਵਧੇਰੇ ਚੰਗੀ ਤਰ੍ਹਾਂ ਰੂਪਮਾਨ ਕੀਤਾ ਜਾ ਸਕਦਾ ਹੈ। ਆਂਦਰਾਂ ਨਹੁੰ ਤੇ ਮਾਸ, ਇੱਕ ਦਿਲ ਵਿਕਾਊ ਹੈ, ਮੇਰਾ ਦਿਲ ਮੋੜ ਦੇ, ਦਿਲ ਦਰਿਆ, ਹਾਲ ਮੁਰੀਦਾਂ ਦਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਅਤੇ ਸਰਬੱਤ ਦਾ ਭਲਾ ਆਦਿ ਉਹਨਾਂ ਦੇ ਪ੍ਰਮੁੱਖ ਨਾਵਲ ਹਨ। ਇਸ ਤੋਂ ਅੱਗੇ ਇਸਤਰੀ ਲੇਖਕਾਂ ਦੇ ਵਿੱਚੋਂ ਅੰਮ੍ਰਿਤਾ ਪ੍ਰੀਤਮ। ਅੰਮ੍ਰਿਤਾ ਪ੍ਰੀਤਮ ਮਨੋਵਿਗਿਆਨਿਕ ਸ਼੍ਰੇਣੀ ਦੇ ਨਾਵਲ ਲਿਖਦੀ ਰਹੀ ਹੈ ਅਤੇ ਨਾਰੀ ਜਗਤ ਦੇ ਸਰੋਕਾਰ ਨੂੰ ਵੀ ਪੇਸ਼ ਕਰਦੀ ਹੈ। ਡਾਕਟਰ ਦੇਵ, ਪਿੰਜਰ, ਆਲ੍ਹਣਾ, ਆਸ਼ੂ, ਇੱਕ ਸਵਾਲ, ਬੰਦ ਦਰਵਾਜ਼ਾ, ਰੰਗ ਦਾ ਪੱਤਾ, ਦਿੱਲੀ ਦੀਆਂ ਗਲੀਆਂ, ਇੱਕ ਸੀ ਅਨੀਤਾ, ਚੱਕ ਨੰਬਰ 36, ਧਰਤੀ ਸਾਗਰ ਤੇ ਸਿੱਪੀਆਂ, ਯਾਤਰੀ, ਜੇਬ ਕਤਰੇ, ਪੱਕੀ ਹਵੇਲੀ, ਅੱਕ ਦਾ ਬੂਟਾ, ਅੱਗ ਦੀ ਲਕੀਰ, ਕੱਚੀ ਸੜਕ, 49 ਦਿਨ, ਕੋਰੇ ਕਾਗਜ਼ ਆਦਿ ਉਹਨਾਂ ਦੇ ਪ੍ਰਸਿੱਧ ਨਾਵਲ ਹਨ। ਇਸ ਪ੍ਰਕਾਰ ਉਹਨਾਂ ਦੇ ਨਾਵਲਾਂ ਨੂੰ ਵੇਖਦੇ ਹੋਏ ਉਹਨਾਂ ਨੂੰ ਨਾਨਕ ਸਿੰਘ ਤੋਂ ਬਾਅਦ ਸਭ ਤੋਂ ਵੱਧ ਨਾਵਲ ਲਿਖਣ ਵਾਲੀ ਨਾਵਲਕਾਰਾ ਕਿਹਾ ਜਾ ਸਕਦਾ ਹੈ। ਸ਼ਹਿਰੀ ਮੱਧ ਸ਼੍ਰੇਣੀ ਦੇ ਮਨੋਵਿਗਿਆਨਕ ਸਰੋਕਾਰ ਨਾਲ ਸੰਬੰਧ ਰੱਖਣ ਕਰਕੇ ਇਹ ਨਾਵਲ ਪੰਜਾਬੀ ਜਗਤ ਵਿੱਚ ਬਹੁਤਾ ਸਥਾਨ ਨਾ ਬਣਾ ਸਕੇ। ਪੰਜਾਬੀ ਨਾਵਲ ਲੇਖਣ ਦੇ ਮਾਮਲੇ ਵਿੱਚ ਅੰਮ੍ਰਿਤਾ ਪ੍ਰੀਤਮ ਦੀ ਤਰਾਸਦੀ ਇਹ ਰਹੀ ਹੈ ਕਿ ਪੰਜਾਬੀ ਦੇ ਕਿਸੇ ਵੀ ਆਲੋਚਕ ਜਾਂ ਗੰਭੀਰ ਪਾਠਕ ਨੇ ਉਸ ਦੇ ਨਾਵਲਾਂ ਨੂੰ ਬਹੁਤਾ ਗੌਲਿਆ ਹੀ ਨਹੀਂ। ਉਸ ਦੇ ਕਈ ਨਾਵਲ ਤਾਂ ਪਹਿਲੋਂ ਹਿੰਦੀ ਵਿੱਚ ਛਪੇ ਅਤੇ ਬਾਅਦ ਵਿੱਚ ਉਹਨਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ। ਉਸ ਦੇ ਬਹੁਤੇ ਨਾਵਲਾਂ ਵਿੱਚ ਇਸਤਰੀ ਮਨ ਦੇ ਹਨੇਰਿਆਂ ਕੋਠਿਆਂ ਉੱਪਰ ਆਪਣੀ ਦ੍ਰਿਸ਼ਟੀ ਨੂੰ ਕੇਂਦਰਿਤ ਕੀਤਾ ਹੈ। ਕੁਝ ਨਾਵਲਾਂ ਵਿੱਚ ਦੇਸ਼ ਵੰਡ ਦਾ ਪ੍ਰਭਾਵ ਵੀ ਉਜਾਗਰ ਹੁੰਦਾ ਹੈ। ਇਸੇ ਪ੍ਰਸੰਗ ਵਿੱਚ ਉਹਨਾਂ ਦਾ ਨਾਵਲ ਪਿੰਜਰ ਬਹੁਤ ਚਰਚਿਤ ਨਾਵਲ ਹੈ। ਇਸੇ ਹੀ ਟਾਈਮ ਪੀਰੀਅਡ ਦੇ ਵਿੱਚ ਕੁਝ ਹੋਰ ਨਾਵਲਕਾਰ ਵੀ ਆਉਂਦੇ ਆ, ਜਿਵੇਂ ਗਿਆਨੀ ਕੇਸਰ ਸਿੰਘ, ਮਹਿੰਦਰ ਕੰਵਲ ਜਿਨ੍ਹਾਂ ਦਾ ਜਵਾਹਰ ਭਾਟਾ ਨਾਵਲ ਹੈ, ਸੰਤੋਖ ਸਿੰਘ ਧੀਰ ਜਿਨ੍ਹਾਂ ਨੇ ਸ਼ਰਾਬੀ, ਉਹ ਦਿਨ, ਯਾਦਗਾਰ ਆਦਿ। ਹੋਰ ਵੀ ਕਈ ਨਾਵਲ ਨੇ, ਪਰ ਇਹ ਜਿਹੜੇ ਉੱਪਰ ਆਪਾਂ ਨਾਵਲਾਂ ਨੂੰ ਸਾਰਿਆਂ ਨੂੰ ਡਿਸਕਸ ਕੀਤਾ, ਇਹ ਸੈਕਿੰਡ ਪੀਰੀਅਡ ਦੇ, ਦੂਜੇ ਕਾਲ ਦੇ ਮਸ਼ਹੂਰ ਪ੍ਰਸਿੱਧ ਨਾਵਲਕਾਰ ਹੋਏ, ਜਿਨ੍ਹਾਂ ਨੇ ਸਮੇਂ ਅਨੁਸਾਰ ਆਪਣੇ ਨਾਵਲਾਂ ਨੂੰ ਪੰਜਾਬੀ ਪਾਠਕਾਂ ਦੇ ਰੂਬਰੂ ਕੀਤਾ। ਧੰਨਵਾਦ। ਥੈਂਕ ਯੂ। ਪਿਆਰੇ ਵਿਦਿਆਰਥੀਓ,